ਆਪਾਂ HTML ਦੀ ਲਾਇਬ੍ਰੇਰੀ ਡਾਊਨਲੋਡ ਕੀਤੀ ਸੀ, ਤੁਸੀਂ ਕੀ ਦੇਖਿਆ ਸੀਗਾ ਉਹਦੇ ਵਿੱਚ ਸਾਰਾ ਕੋਡ ਇੱਕ ਫਾਈਲ ਦੇ ਵਿੱਚ ਨਹੀਂ ਲਿਖਿਆ ਹੋਇਆ ਸੀਗਾ। ਸਾਨੂੰ ਫਾਈਲ ਆਪਾਂ ਰਿਕੁਆਇਰ ਕਰ ਰਹੇ ਸੀਗੇ, ਤੇ ਉਸ ਤੋਂ ਬਾਅਦ ਆਬਜੈਕਟ ਬਣਾ ਕੇ ਆਪਾਂ ਉਹਦੇ ਕੋਈ ਮੈਥਡ ਕਾਲ ਕਰ ਰਹੇ ਸੀਗੇ। ਤੇ ਹੁਣ ਜਾਵਾਸਕ੍ਰਿਪਟ 'ਚ ਉਹੀ ਚੀਜ਼ ਇੰਪਲੀਮੈਂਟ ਕਰਨੀ ਹੋਵੇ ਕਿ ਮੰਨ ਲਓ ਕਿ ਸਾਡਾ ਬਹੁਤ ਵੱਡਾ ਕੋਡ ਹੈਗਾ, 1000 ਲਾਈਨਾਂ ਦਾ ਕੋਡ, ਤੁਸੀਂ ਡਿਵਾਈਡ ਕਰਦਾ 250 ਲਾਈਨਾਂ ਵਿੱਚ, ਤੇ ਇੱਕ ਥਰਡ ਫਾਈਲ ਵਿੱਚ ਸਾਨੂੰ 1000 ਲਾਈਨਾਂ ਦਾ ਕੋਡ ਹੀ ਚਾਹੀਦਾ ਵਾ। ਤੁਸੀਂ ਇਸ ਕੰਡੀਸ਼ਨ ਕਿੱਦਾਂ ਯੂਜ਼ ਕਰੋਗੇ? ਇਹਦੇ ਵਿੱਚ ਰਿਕੁਆਇਰ ਤਾਂ ਚੱਲਦਾ ਨਹੀਂ ਹੈਗਾ, ਤੁਸੀਂ ਰਿਕੁਆਇਰ ਪਾ ਕੇ ਫਾਈਲ ਇੰਕਲੂਡ ਕਰ ਲਈ, ਤੁਸੀਂ ਜੋ ਮਰਜ਼ੀ ਯੂਜ਼ ਕਰ ਲਿਆ। ਇਹਦੇ ਵਿੱਚ ਚੱਲਦਾ ਇੰਪੋਰਟ ਤੇ ਐਕਸਪੋਰਟ। ਮੈਂ ਐਕਚੁਅਲੀ ਇੱਥੇ ਕੋਡਿੰਗ ਨਹੀਂ ਕਰਦਾ, ਤੇ ਇੱਕ ਨਵਾਂ ਫਾਈਲ ਬਣਾ ਲੈਣਾ ਵਾ ਮੈਂ ਐਕਸਪੋਰਟ import.html। हाँ देख लो, बेसिकली मान लो कि तुहाडे कोई फंक्शन देके ਜਿਹਦੇ ਵਿੱਚ ਤੁਸੀਂ ਨੰਬਰ ਕੈਲਕੂਲੇਟ ਕਰ ਰਹੇ ਸੀਗੇ, ਤੁਸੀਂ ਫੰਕਸ਼ਨ ਕ੍ਰੀਏਟ ਕਰ ਲਿਆ ਕੈਲਕੂਲੇਟ। नहीं नहीं, जे तुसी किसी क्लास के अंदर काम कर रहे हो तो फंक्शन लिखने की लोड़ नहीं हैगी, बट तुसी विदाउट क्लास कोई फंक्शन क्रिएट करना तो फंक्शन कीवर्ड की लोड़ हैगी, वो तुहानू लिखना पैना। ठीक है जी, आप क्लास का कॉन्सैप्ट आ रहे हैं ना। हाँ देखो इत्थे सानू लोड़ नहीं हैगी, बट तुसी कोई बाहर क्लास बना रहे हो तो उत्थे तुहानू बाहर फंक्शन उत्थे तुहानू लिखने की लोड़ हैगी। ठीक है, मैं सिंपली कह देना मैसेज आप कर दें, ये मैसेज प्रिंट करके तुहानू दूंगा कि डॉक्यूमेंट डॉट राइट। चलो और थोड़ा कहना ऊपर कर देने रिटर्न, दिस इज द मैसेज फंक्शन। ठीक है जी, हुण आही वाली मान लो कि थर्ड क्लास में बना लेना वा, जिसमें मैं नाम देना sport1.html। ठीक है जी, अगेन मेरे HTML की कोडिंग बेसिक ਆਪਾਂ ਇਹਨੂੰ ਮੋਡਿਊਲਿੰਗ ਕਹਿੰਦੇ। ਮੋਡਿਊਲਿੰਗ ਦਾ ਕੀ ਮਤਲਬ ਹੋਇਆ ਕਿ ਤੁਸੀਂ ਇੱਕ ਵੱਡੇ ਕੋਡ ਨੂੰ ਛੋਟੇ ਛੋਟੇ ਪਾਰਟ ਵਿੱਚ ਡਿਵਾਈਡ ਕਰਦੇ ਆ। ਇਸ ਚੀਜ਼ ਨੂੰ ਇੱਕ ਪੇਜ ਵੀ ਸਾਰਾ ਕੋਡ ਨਹੀਂ ਲਿਖਿਆ, ਉਹਨੂੰ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਕਰਕੇ ਅਲੱਗ ਅਲੱਗ ਪੇਜ ਵਿੱਚ ਲਿਖ ਲਿਆ। ਹਾਂ ਬੇਸਿਕਲੀ ਉਹੀ ਚੀਜ਼ ਮੈਂ ਕਹਿਣਾ ਚਾਹੁੰਦਾ ਵਾ। ਤਾਂ ਆਹ ਦੇਖੋ ਹੁਣ ਮੰਨ ਲਓ ਕਿ ਹੁਣ ਮੈਂ ਇੱਥੇ ਉਹ ਚੀਜ਼ ਯੂਜ਼ ਕਰਨੀ ਸੀਗੀ, ਆਹੀ ਫੰਕਸ਼ਨ ਆ ਮੈਂ ਇੱਥੇ ਯੂਜ਼ ਕਰਨਾ ਸੀਗਾ। ਐਕਚੁਅਲੀ ਕੀ ਕੰਮ ਕਰਦਾ ਵਾਂ ਕਿ ਇੱਦਾਂ ਨਹੀਂ, ਆਪਾਂ ਜੋ ਫਾਈਲ ਬਣਾ ਲੈਂਦੇ ਹਾਂ sport.js, अलग ही पूरी फाइल बना लेंगे sport1.js। ठीक है जी, दो फाइल साड़ी अलग बन गई। तो आप वाली कोडिंग आपकी इतों कट किया स्पोर्ट वाले लिख दें सेम, तो आप एक पेज है ये आप दोनों इंक्लूड करना। ठीक है, हिसाब से मैं देता हूँ कि ये चीज़ का हम ध्यान रखना वा। ਇਹ ਚੀਜ਼ਾਂ ਦਾ ਹੁਣ ਧਿਆਨ ਰੱਖਣਾ, ਕਿਉਂਕਿ ਹੁਣ ਤੁਸੀਂ ਕੋਈ ਫਰੇਮਵਰਕ ਯੂਜ਼ ਕਰੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਤਾਂ ਸਮਝ ਜਾਈਏ ਕਿ ਸੇਮ ਡਾਇਰੈਕਟਰੀ ਦੀ ਗੱਲ ਹੋ ਰਹੀ ਆ, ਕਿ ਜਿਸ ਫਾਈਲ ਵਿੱਚ ਮੇਰੀ ਆਹ ਵਾਲੀ ਫਾਈਲ ਪਾਈ ਹੋਈ ਹੈ ਉਸੇ ਫਾਈਲ ਦੇ ਵਿੱਚ main.js ਵੀ ਹੈਗੀ ਆ, ਉਸੇ ਫੋਲਡਰ ਦੇ ਵਿੱਚ sport1.html ਆ ਰਹੀ। ਤੇ ਮੈਂ ਕਹਿ ਰਿਹਾ ਇਸੇ ਫੋਲਡਰ 'ਚ main.js ਹੈਗੀ ਆ, ਜਿਹਨੇ ਕ੍ਰੀਏਟ ਕੀਤੀ ਮੈਂ ਕਰ ਲੈਣਾ ਕ੍ਰੀਏਟ। ਠੀਕ ਹੈ ਜੀ, ਤਾਂ ਸੇਮ ਫੋਲਡਰ ਵਿੱਚ ਮੇਰੀ ਫਾਈਲ ਹੈਗੀ ਤੇ ਆਪਾਂ ਇੱਥੇ ਕੋਡ ਲਿਖਿਆ ਵਾ। ਹੁਣ ਮੈਂ ਜਿਹੜੀ ਇਹ ਵਾਲੀ ਫਾਈਲ ਦੇ ਵਿੱਚ ਉਹ ਕੋਡ ਯੂਜ਼ ਕਰਨਾ ਹੈਗਾ ਵਾ, ਆਪਾਂ ਇਹਨੂੰ ਕਰ ਦਿੰਦੇ ਫਿਲਹਾਲ ਉਸ ਤੋਂ ਬੰਦੇ ਤੋਂ ਮੈਨੂੰ ਕੁਛ ਨਹੀਂ ਲਿਖਿਆ ਵਾ। ਤਾਂ ਆਹ ਵਾਲੀ ਫਾਈਲ ਜਿੱਥੇ ਯੂਜ਼ ਕਰਨੀ ਹੈ ਤਾਂ ਮੈਨੂੰ ਤੋਂ ਪਹਿਲੇ ਉਹ ਕੀਵਰਡ ਪਾਉਣਾ ਪੈਣਾ ਵਾ ਐਕਸਪੋਰਟ। ਠੀਕ ਹੈ ਜੀ, ਆ ਜਿਵੇਂ ਕਿ ਫਾਈਲ ਮੇਰੀ sport.js ਹੈਗੀ ਆ, ਇਹ ਮੈਂ ਮੰਨ ਲਓ ਕਿ ਮੈਂ main.js ਯੂਜ਼ ਕਰਨੀ ਸੀਗੀ। ਤੇ ਸਭ ਤੋਂ ਪਹਿਲੀ ਕੰਡੀਸ਼ਨ ਕੀ ਹੈਗੀ ਹੈ ਕਿ ਤੁਸੀਂ ਲਿਖਣਾ ਵਾ ਐਕਸਪੋਰਟ ਕੀਵਰਡ। ठीक है, ताकि तुम इनू एक्सपोर्ट कर सकते हो। जो आप विदाउट एक्सपोर्ट की कोशिश करिए तो एरर मैं एक्चुअली मैं कर ही नहीं सकता हाँ एरर जनरेट। पहले आप इतने लिखना एक्सपोर्ट, हूँ इतना आप करना इंपोर्ट। इंपोर्ट की करना वा फंक्शन के इंपोर्ट msg फ्रॉम तो साढ़े फाइल का नेम की सीगा export.js। ਹੁਣ ਮੈਨੂੰ ਯੂਜ਼ ਕਰ ਸਕਦਾ ਹੁਣ ਜੇ ਮੈਂ ਕਾਲ ਕਰਾਂ ਫੰਕਸ਼ਨ ਨੂੰ ਕੀ ਨਾਮ ਸੀਗਾ ਮੈਸੇਜ, ਤੇ ਮੈਨੂੰ ਕੁਝ ਰਿਟਰਨ ਕਰਕੇ ਦਊਗਾ, ਤੇ ਮੈਂ ਰਿਟਰਨ ਨੂੰ ਕੀ ਕਰਦਾ ਵਾਂ ਕਿ ਡਾਕੂਮੈਂਟ ਦੇ ਵਿੱਚ ਰਾਈਟ ਕਰ ਲੈਂਦਾ ਵਾ। ਇਹਦੇ ਵਿੱਚ ਐਰਰ ਮੈਨੂੰ ਲੱਗ ਰਹੀ ਹੈ ਕਿ ਮੈਸੇਜ ਦੇ ਵਿੱਚ ਆਊਗੀ, ਆਪਾਂ ਇੱਕ ਵਾਰੀ ਇਹਨੂੰ ਚੈੱਕ ਕਰ ਲਾਂਗੇ। ਠੀਕ ਹੈ ਜੀ, ਤੇ
ਆਪਾਂ ਹੁਣ ਕਿਹੜੀ ਵਾਲੀ ਫਾਈਲ ਦਾ ਕੋਡ ਲਿਖਿਆ ਹੋਇਆ export1.html ਦੇ ਵਿੱਚ ਤਾਂ ਮੈਂ ਇੱਥੇ ਚੱਲਦਾ ਬਰਾਊਜ਼ਰ ਦੇ ਵਿੱਚ ਐਕਚੁਅਲੀ ਇਹਨੂੰ ਐਂਟਰੀ ਕਰ ਦਿੰਦਾ ਕੁਛ ਨਹੀਂ ਆਇਆ ਆਪਾਂ ਇਹਦੇ ਦਿਨ ਦੇਖ ਲੈਂਦੇ ਕੋਈ ਐਰਰ ਤਾਂ ਨਹੀਂ ਹੈਗੀ ਆ ਯੈਸ ਹੈਗੀ ਆ ਕਿ ਕੈਨ ਨਾਟ ਯੂਜ਼ ਇੰਪੋਰਟ ਸਟ੍ਰੀਮ ਸਾਡੇ ਮੋਡਿਊਲ ਇਹਦਾ ਕੀ ਰੀਜ਼ਨ ਹੈਗਾ ਵਾ ਕਿ ਸਾਨੂੰ ਇੱਥੇ ਪਾਉਣਾ ਵਾ ਟਾਈਪ ਮੋਡਿਊਲ ਅਗੇਨ ਇੱਕ ਇਹਦਾ ਜਨਰੇਟ ਹੋ ਰਹੀ ਆ SSL script file Laravel ਇੱਥੇ ਹੈਗੀ ਕੁਛ ਆਈ ਆਪਾਂ ਸਾਈਡ ਤੇ ਆਗੇ ਡਿਵੈਲਪਰ ਵਾਲੀ ਸਾਈਡ ਤੇ ਸਪੋਰਟ ਸਟੇਟਮੈਂਟ ਇਵੈਂਟ ਰੇਟਿੰਗ ਬੇਸਿਕਲੀ ਆਪਾਂ ਹੋਰ ਵੀ ਇੱਕ ਚੀਜ਼ ਦੇਖ ਰਹੇ ਨੇ ਆਪਾਂ ਕੱਲ ਇੱਕ ਗੱਲ ਨਹੀਂ ਹੈ ਆਪਾਂ ਕਈ ਫੰਕਸ਼ਨ ਸਪੋਰਟ ਕਰ ਸਕਦੇ ਹਾਂ ਈਵਨ ਕਿ ਆਪਾਂ ਕੀ ਵੇਰੀਏਬਲ ਵੀ ਸਪੋਰਟ ਕਰ ਸਕਦੇ ਹਾਂ ਮੰਨ ਲਓ ਤੁਸੀਂ ਇੱਕ ਵੇਰੀਏਬਲ ਬਣਾਇਆ ਸੀਗਾ ਵੈਰ ਤੇ ਉਹਦੇ ਵਿੱਚ ਤੁਸੀਂ ਪਾਈ ਦੀ ਵੈਲਿਊ ਪਾਤੀ 3.14 ਤੁਸੀਂ ਆਹੀ ਵਾਲਾ ਵੇਰੀਏਬਲ ਕਿਸੇ ਹੋਰ ਤੇ ਯੂਜ਼ ਕਰਨਾ ਸੀਗਾ ਤਾਂ ਤੁਸੀਂ ਇਹਨੂੰ ਵੀ ਸਪੋਰਟ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਈਵਨ ਕਿ ਤੁਸੀਂ ਇੱਕ ਜਿਹੜੀ ਕਲਾਸ ਤੁਸੀਂ ਕ੍ਰੀਏਟ ਕਰਕੇ ਕਲਾਸ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਐਨੀਥਿੰਗ ਅੱਛਾ ਠੀਕ ਹੈ ਜੇ ਮੰਨ ਲਓ ਕਿ ਤੁਸੀਂ ਜਿੰਨੀ ਚੀਜ਼ਾਂ ਸਪੋਰਟ ਕਰਨੀ ਸੀਗੀ ਤਾਂ ਤੁਸੀਂ ਹਰ ਇੱਕ ਦੇ ਨਾਲ ਤੁਸੀਂ ਐਕਸਪੋਰਟ ਕੀਵਰਡ ਲਿਖੋ ਤੁਸੀਂ ਸਿੱਧਾ ਵੀ ਇਹਦਾ ਸੈਕੰਡ ਮੈਥਡ ਕਿਹੜਾ ਹੈਗਾ ਵਾ ਤੁਸੀਂ ਸਭ ਕੁਝ ਕ੍ਰੀਏਟ ਕਰੋ ਮਤਲਬ ਕ੍ਰੀਏਟ ਕਰ ਲਿਆ ਠੀਕ ਹੈ ਜੀ ਤੁਸੀਂ ਐਂਡ ਦੇ ਵਿੱਚ ਐਕਸਪੋਰਟ MSG ਕੋਮਾ ਪਾਈ ਕੋਮਾ ਮੰਨ ਲਓ ਕਲਾਸ ਦਾ ਕੋਈ ਵੀ ਨਾਮ ਰੱਖਿਆ ਸੀਗਾ ਮੈਂ ਇਹ ਉੱਥੇ ਕਰਤਾ ਤੁਸੀਂ ਇੱਕ ਲਾਈਨ 'ਚ ਵੀ ਉਹ ਚੀਜ਼ ਲਿਖ ਸਕਦੇ ਹੋ ਇੱਦਾਂ ਕਰਿਓ ਠੀਕ ਹੈ ਜੀ ਬੇਸਿਕਲੀ ਪ੍ਰੋਬਲਮ ਆਪਣੇ ਕੋਡ 'ਤੇ ਜੋ ਕਿੱਥੇ ਆ ਰਹੀ ਆ ਕਿ ਐਕਸਪੋਰਟ left keyword export okay name from file basically टिका का हटा देना फिलहाल समथिंग एरर अजय भी एरर हैगी है सब्सक्रिप्ट कुछ हजे भी गड़बड़ हैगी है जो भी गड़बड़ हैगी है मान लो कि एक्सपोर्ट इन्होंने के करता नॉट दैट वी हैव फ्रीडम टू नींद आ रही जसमेल हाँ जी सो के नहीं आते करो घूम के आए ता करके नींद आ रही है सुता ही नहीं इन्ना ज़्यादा घूम लिया नहीं हजे भी कैन नॉट इंपोर्ट आउटसाइड ऑफ मॉड्यूल जे आप आही एरर ਨੂੰ ਕਿਤੇ ਤੋਂ ਕਾਪੀ ਤੇ ਆਪਾਂ ਕੀਤਾ ਕਿ ਸਰਚ ਗੂਗਲ ਸਰਚਿੰਗ ਵਗੈਰਾ ਤੁਸੀਂ ਕਰਦੇ ਕਿ ਨਹੀਂ ਕਰਦੇ ਕਿ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਹਾਂਜੀ solution I can do because I forgot the time module inside the script tag but ਆਪਾਂ ਪਾ ਦੀ ਇਹਨੂੰ script ਵੀ ਮੈਂ
सो स्पेल आई थिंक अपने सही है हुण लुक लाइक अगेन वही है तुसे कोई एक्सटेंशन डाउनलोड की है हाँ जी कितने कितना बंद नहीं नहीं ओदी नहीं तुसे कोई एक्सटेंशन डाउनलोड की है नहीं कोई क्रोम एक्सटेंशन इंटरेस्टेड HTTPS चेक कर लो कर लो सर इन्ने सारे दसो हुण तुसीं किते ते इहदे की कादे वास्ते कीता वा ये सर सरी स्क्रीन अच्छा जी आह सर ये ਜਿਹੜਾ YouTube ਤੇ ਐਡ ਹੁੰਦੀ ਆ ਹਾਂ ਇਹਦੇ ਨਾਲ ਐਡ ਨਹੀਂ ਕੀ ਨਾਮ ਹੈਗਾ ਵਾ ਹਾਂ ਨਹੀਂ ਬੇਸਿਕਲੀ ਚੱਕ ਦੋ ਸਰ ਜੇ ਪ੍ਰੋਬਲਮ ਆ ਰਹੀ ਹੈ ਆਪਾਂ ਇੱਕ ਕੰਮ ਕਰਦੇ ਹਾਂ ਤੁਹਾਡਾ ਲਾਰਾਗੋਨ ਚੱਲ ਰਿਹਾ ਵਾ ਲਾਰਾਗੋਨ ਸਾਰੀ ਸਲੈਕਟ ਚੱਲ ਰਿਹਾ ਪਹਿਲੇ ਹੀ ਵੇਚ ਦੋ ਤਾਂ ਚੱਲ ਰਿਹਾ ਲਾਰਾਗੋਨ ਤੁਹਾਡੀ ਫਾਈਲ ਕਿੱਥੇ ਆ ਜਾਓ ਪਾਪਾ ਕਿਹਦੀ ਗੱਲ ਕਰ ਰਹੇ ਆ ਕਿਹੜੀ ਫਾਈਲ ਦੇ ਫੋਟੋ ਮੰਗੋ open Fail to execute write on document. It's not possible writing document from साइलेंट लग रहा चार नहीं हाँ देखो जी हाँ देखो एक्चुअली मैं इस मैथड के थ्रू इस तरह राइट नहीं कर सकता बट कंसोल पे प्रिंट करा के देख सकता था तो देखो देखिए मैसेज फंक्शन आ गया मेरे से सब कुछ सेम बस इतने जो डॉक्यूमेंट डॉट राइट सीगा वो फाइल की परमिशन सी आ देखो मैं तुम्हें अगेन दिखा देना वा fail to execute write on document it's not possible to write into document from a synchronously loaded external script unless it is explicitly open so ਸਾਡੀ ਫਾਈਲ ਓਪਨ ਨਹੀਂ ਹੈਗੀ ਤਾਂ ਆਪਾਂ ਇੱਥੇ ਨਹੀਂ ਰਾਈਟ ਕਰ ਸਕਦੇ ਹਾਂ ਤਾਂ ਇੱਥੇ ਨਹੀਂ ਰਾਈਟ ਕਰ ਸਕਦੇ ਤਾਂ ਓਬਵੀਅਸ ਵਰਡ ਮੈਂ ਕੰਸੋਲ ਤੇ ਜ਼ਰੂਰ ਆਪਣਾ ਆਉਟਪੁੱਟ ਦੇਖ ਸਕਦਾ ਕਿ ਮੇਰਾ ਕੋਡ ਪ੍ਰੋਪਰਲੀ ਵਰਕਿੰਗ ਹੈ ਕਿ ਨਹੀਂ तो वर्किंग सर क्यों नहीं दिख रहे मैसेज जावास्क्रिप्ट है ते परमिशन बहुत चलती ने ਆਪਾਂ ਇਦਾਂ ਕੋਈ ਵੀ ਐਕਸਟਰਨਲ ਫਾਈਲ ਦਾ ਕੋਡ ਕਿਸੇ ਦੂਜੀ ਫਾਈਲ ਤੇ ਵਿੱਚ ਹੈਗੀ ਆਪਣਾ ਠੀਕ ਹੈ ਜੀ ਉਦਾਂ ਹੀ ਮੰਨ ਲਓ ਕਿ ਵੇਰੀਏਬਲ ਤੁਸੀਂ ਕ੍ਰੀਏਟ ਕੀਤਾ ਸੀਗਾ ਕਿ ਜਿਵੇਂ ਆਪਾਂ ਗੇਮ ਕਰ ਲਈ ਪਹੁੰਚ ਤੋਂ i ਵੇਰੀਏਬਲ 3.14 ਇਹਨੂੰ ਕਰ ਦਿੰਦੇ ਹਾਂ ਸਪੋਰਟ ठीक है जी काम इतने सपोर्ट किया इतने मैं की करना मेरे को फंक्शन क्रिएट करना मैं पहला सर ਇਹਦੇ ਚ ਵੀ ਇੰਪੋਰਟ ਆਪਾਂ ਇੱਕ ਵਾਰ ਲਾ ਸਕਦੇ ਹਾਂ इतने मैं करता हूँ इंपोर्ट और मैं की करना चाहता हूँ पाई सो मैं इतने अगेन फंक्शन क्रिएट कर लेना वा फंक्शन रेडियस जिन्हों एक आर मिलेगा then let r no अपने नहीं सही है ते कंसोल हाँ जी कितना फार्मूला याद है 2 पाई यानी 2 into पाई साडा वेरिएबल ते r दी स्क्वायर यानी r into परफेक्ट सर आर ਆਪਾਂ ਨੂੰ ਲਿਖ ਨਹੀਂ ਕਰਦੀ बिल्कुल सानू देना पैना तो आप इतने रेडियस फंक्शन कॉल करते हैं तो आप इनू दे दें 5 आप इतने करिए कॉपी तो मिल गया 157 ठीक है जी ठीक है
ਆਪਾਂ ਇਸ ਤਰੀਕੇ ਨਾਲ ਇੰਪੋਰਟ ਤੇ ਐਕਸਪੋਰਟ ਯੂਜ਼ ਕਰਦੇ ਹਾਂ। ਮੈਂ ਕਨਸਟੈਂਟ ਚੀਜ਼ਾਂ ਇੱਥੇ ਡਿਫਾਈਨ ਕਰ ਲਈ ਤੇ ਯੂਜ਼ ਇੱਥੇ ਕਰ ਲਿਆ ਤੇ ਨਾਲ ਕੀ ਪਾਣਾ ਮੈਂਡੇਟਰੀ ਹੈ ਟਾਈਮ ਮੋਡਿਊਲ। ਠੀਕ ਹੈ ਜੀ। ਹੁਣ ਬੇਸਿਕਲੀ ਆਪਾਂ ਥੋੜਾ ਡੋਮ ਨਾਲ ਕੰਮ ਕਰਕੇ ਦੇਖ ਲੈਂਦੇ ਆ। ਆਪਾਂ ਜਾਵਾਸਕ੍ਰਿਪਟ ਜੇ ਤੇ ਆਪਾਂ ਹਜੇ ਤੱਕ ਕਿਵੇਂ ਕਰਦੇ ਆਏ ਹਾਂ ਕਿ ਮੰਨ ਲਓ ਕੋਈ ਵੀ ਸਿਲੈਕਟ ਕਰਨਾ ਸੀਗਾ ਡਾਲਰ ਪਾ ਕੇ ਤੇ ਜਸਟ ਹੈਸ਼ ਜਾਂ ਫਿਰ ਡੋਟ ਪਾ ਕੇ। ਬਟ ਐਕਚੁਅਲੀ ਹੁਣ ਜਾਵਾਸਕ੍ਰਿਪਟ ਵਿੱਚ ਇੱਦਾਂ ਕਿ ਕਿੱਦਾਂ ਹੁੰਦਾ ਵਾ, ਇਹਦੇ ਵਿੱਚ ਡਾਲਰ ਨਹੀਂ ਹੈਗਾ ਵਾ। ਸਾਡੇ ਕੋਲ ਪਹਿਲੇ ਡਾਕੂਮੈਂਟ ਸਿਲੈਕਟ ਕਰਨ ਵਾਸਤੇ ਆਪਾਂ ਤੁਹਾਡੇ ਕੋਈ HTML ਦਾ ਟੈਗ ਹੈਗਾ, ਮੰਨ ਲਓ ਕਿ ਤੁਸੀਂ ਇੱਥੇ H1 ਟੈਗ ਲਿਖਿਆ ਸੀਗਾ ਤੇ ਕੋਈ ਆਈਡੀ ਤੁਸੀਂ ਦਿੱਤੀ ਕਿ ਹੈਡਿੰਗ। ਠੀਕ ਹੈ ਜੀ। ਤੁਸੀਂ ਇੱਥੇ ਮੈਨੂੰ ਦੱਸਦਾ ਕਿ ਹੈਲੋ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੇ ਇਹਨੂੰ ਸਿਲੈਕਟ ਕਰਨਾ ਵਾ ਤਾਂ ਇਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਨਹੀਂ ਕੰਮ ਕਰ ਸਕਦੇ ਕਿ ਇਹਦੇ ਵਿੱਚ ਕੁਝ ਵੀ ਤੁਸੀਂ ਲਿਖਦਾ ਹੋ ਕਿ ਹੈਸ਼ ਪਾ ਕੇ ਤੁਸੀਂ ਪਾਤਾ ਹੈਡਿੰਗ, ਇੱਦਾਂ ਨਹੀਂ। ਇਹਦੇ ਵਿੱਚ ਚੱਲੂਗਾ ਹੁਣ ਡਾਕੂਮੈਂਟ ਜਦੋਂ ਤੁਸੀਂ ਕੋਈ ਆਈਡੀ ਸਿਲੈਕਟ ਕਰਨੀ ਆ ਡੋਟ ਗੈਟ ਕੈਮਲ ਕੇਸ ਚੱਲੂਗਾ। ਧਿਆਨ ਰੱਖੋ ਪਹਿਲਾ ਵਰਡ ਸਮੋਲ, ਬਾਕੀ ਦੇ ਵਰਡ ਜੇ ਕੋਈ ਦੂਜਾ ਵਰਡ ਆ ਰਿਹਾ ਤਾਂ ਉਹਦਾ ਫਸਟ ਵਰਡ ਕੈਪੀਟਲ 'ਚ। ਐਲੀਮੈਂਟ ਬਾਏ ਆਈਡੀ ਤੁਹਾਡੇ ਇੱਥੇ ਆ ਗਈ ਆਈਡੀ ਦਾ ਨੇਮ ਆਪਣਾ ਕਿ ਇਹਦਾ ਹੈਸ਼ ਨਹੀਂ ਲੱਗੂਗਾ ਤੁਹਾਡੇ ਸਿੱਧਾ ਹੀ ਆਈਡੀ ਦਾ ਨੇਮ, ਕਿਉਂਕਿ ਆਪਾਂ ਆਲਰੇਡੀ ਦੱਸ ਸਕਦੇ ਕਿ ਆਪਾਂ ਆਈਡੀ ਸਿਲੈਕਟ ਕਰਨੀ ਆਪਾਂ ਤਾਂ ਹਟਾ ਦਿੰਦੇ ਹਾਂ ਕਿਉਂਕਿ ਉਹ ਸਪੈਲ ਨਿਕਲ ਜਾਏਗਾ। ਠੀਕ ਹੈ ਜੀ। ਬਟ ਸਾਡੇ ਕੋਲ ਸਿਲੈਕਟ ਕਰਨ ਦਾ ਇਕੱਲਾ ਇੱਕ ਮੈਥਡ ਨਹੀਂ ਹੈਗਾ ਵਾ, ਆਪਾਂ ਨੂੰ ਸਿਲੈਕਟ ਕਰਨ ਦੇ ਕਈ ਮੈਥਡ ਹੈਗੇ ਆ। ਜਿਵੇਂ ਕਿ ਆਪਣਾ ਕਿਊਰੀ ਸਿਲੈਕਟਰ ਦਾ ਕੰਸੈਪਟ ਆਉਂਦਾ ਵਾ। ਮੰਨ ਲਓ ਕਿ ਆਹੀ ਚੀਜ਼ ਸਿਲੈਕਟ ਕਰਨੀ ਸੀਗੀ ਤਾਂ ਆਪਾਂ ਦੂਜੇ ਤਰੀਕੇ ਨਾਲ ਡਾਕੂਮੈਂਟ ਡੋਟ ਕਿਊਰੀ ਸਿਲੈਕਟਰ। ਬਟ ਇਹਦੇ ਅੱਗੇ ਕਿ ਮੈਂਸ਼ਨ ਨਹੀਂ ਕਰ ਰਹੇ ਕਿ ਆਪਾਂ ਆਈਡੀ ਸਿਲੈਕਟ ਕਰ ਰਹੇ ਜਾਂ ਕਲਾਸ ਸਿਲੈਕਟ ਕਰ ਰਹੇ ਤਾਂ ਤੁਹਾਨੂੰ ਇਹਦੇ ਅੰਦਰ ਤੁਹਾਨੂੰ ਮੈਂਸ਼ਨ ਜ਼ਰੂਰ ਕਰਨਾ ਪੈਣਾ। ਤੁਸੀਂ ਇੱਕ ਆਈਡੀ ਸੇਮ ਵਰਕ ਹੈਗਾ ਦੋਨਾਂ ਦਾ। ਠੀਕ ਹੈ ਜੀ। ਤੇ ਮੈਥਡ ਥੋੜਾ ਦੇਖਣ ਨੂੰ ਜ਼ਿਆਦਾ ਸੋਹਣਾ ਲੱਗ ਰਿਹਾ ਵਾ ਕਿਉਂਕਿ ਇਹਦੇ ਵਿੱਚ ਸਾਨੂੰ ਇੰਨੀ ਲੰਬੀ ਲਾਈਨ ਲਿਖਣੀ ਪੈ ਰਹੀ ਹੈ। ਇਹਦੇ ਵਿੱਚ ਜਸਟ ਕਿਊਰੀ ਸਿਲੈਕਟਰ। ਇਹਦੇ ਥਰੂ ਕੱਲਾ ਤੁਸੀਂ ਆਈਡੀ ਨਹੀਂ ਸਿਲੈਕਟ ਕਰ ਸਕਦੇ, ਇਹਦੇ ਥਰੂ ਤੁਸੀਂ ਕਲਾਸ ਵੀ ਸਿਲੈਕਟ ਕਰ ਸਕਦੇ ਹੋ। ਇਹਦੇ ਥਰੂ ਤੁਸੀਂ ਕੋਈ ਟੈਗ ਨੇਮ ਵੀ ਸਿਲੈਕਟ ਕਰ ਸਕਦੇ ਹੋ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਤੁਸੀਂ ਕੋਈ ਇਵੈਂਟ ਐਡ ਕਰਨਾ ਵਾ, ਜਿਵੇਂ ਕਿ ਆਪਾਂ ਡਬਲ ਕਲਿੱਕ ਸਿੰਗਲ ਕਲਿੱਕ ਕੀ ਪ੍ਰੈਸ ਕੀ ਡਾਊਨ ਤੇ ਇਵੈਂਟ ਕੀਤੇ ਸੀਗੇ ਤੇ ਉਹਦੇ ਵਿੱਚ ਕਰਨਾ। ਮੰਨ ਲਓ ਕਿ ਪਹਿਲਾਂ ਤੁਸੀਂ ਸਿਲੈਕਟ ਕਰ ਲਿਆ ਕੋਈ ਵੀ ਐਲੀਮੈਂਟ, ਮੰਨ ਲਓ ਕਿ ਮੈਂ ਆਹੀ ਐਲੀਮੈਂਟ ਦੁਬਾਰਾ ਸਿਲੈਕਟ ਕਰ ਲੈਣਾ ਕਿਹੜੀ ਸਿਲੈਕਟਰ ਨਾਲ H1 ਕਰ ਲਿਆ। ਉਸ ਤੋਂ ਬਾਅਦ ਡੋਟ ਪਾ ਕੇ ਐਡ ਇਵੈਂਟ ਲਿਸਨਰ। ਪਹਿਲਾਂ ਤੁਹਾਡਾ ਇਵੈਂਟ ਦਾ ਨੇਮ ਆਊਗਾ, ਸਿੰਗਲ ਕਲਿੱਕ ਡਬਲ ਕਲਿੱਕ ਜੋ ਵੀ ਹੈਗਾ ਵਾ। ਉਸ ਤੋਂ ਬਾਅਦ ਤੁਹਾਡੀ ਮਰਜ਼ੀ ਤੁਸੀਂ ਇੱਥੇ ਇਕੱਲਾ ਇੱਦਾਂ ਡਿਫਾਈਨ ਕਰ ਸਕਦੇ ਹੋ ਕਿ ਫੰਕਸ਼ਨ ਤੇ ਫੰਕਸ਼ਨ ਤੁਸੀਂ ਇੱਥੇ ਲਿਖ ਸਕਦੇ ਹੋ। ਆਪਾਂ ਡਿਕਲੇਅਰ ਉੱਥੇ ਕਰਤਾ ਤੇ ਵੀ ਫੰਕਸ਼ਨ ਇੱਥੇ ਡਿਫਾਈਨ ਕਰਤਾ ਵਾ ਕਿ ਦਿਸ ਇਜ਼ ਦਾ। ਮੰਨ ਲਓ ਕਿ ਤੁਸੀਂ ਕੰਸੋਲ ਤੇ ਪ੍ਰਿੰਟ ਕਰਾਤਾ ਨਹੀਂ, ਦਿਸ ਇਜ਼ ਦਾ ਕਲਿੱਕ ਇਵੈਂਟ। ਠੀਕ ਹੈ ਜੀ। ਇੱਦਾਂ ਵੀ ਕਰ ਸਕਦੇ ਸੀਗੇ। ਜੇ ਤੁਹਾਨੂੰ ਅਲੱਗ ਤੋਂ ਕੋਈ ਫੰਕਸ਼ਨ ਨੇਮ ਨਹੀਂ ਪਾਣਾ ਤਾਂ ਤੁਸੀਂ ਇੱਥੇ ਵੀ ਆਪਣਾ ਫੰਕਸ਼ਨ ਬਣਾ ਸਕਦੇ ਹੋ। ਕੋਈ ਤੁਸੀਂ ਇਵੈਂਟ ਐਡ ਕਰਨਾ, ਮਤਲਬ ਕਿ H1 ਦੇ ਟੈਗ ਉੱਤੇ ਤੁਸੀਂ ਕੋਈ ਇਵੈਂਟ ਐਡ ਕਰਨਾ ਸੀਗਾ। ਜਦੋਂ ਮਤਲਬ ਕਿ ਭਾਵੇਂ ਸਿੰਗਲ ਕਲਿੱਕ ਦਾ ਹੋਵੇ, ਡਬਲ ਕਲਿੱਕ ਦਾ ਹੋਵੇ, ਮਾਊਸ ਸੈਂਟਰ ਦਾ ਹੋਵੇ, ਮਾਊਸ ਓਵਰ ਦਾ ਹੋਵੇ, ਤੁਸੀਂ ਕੋਈ ਵੀ ਇਵੈਂਟ ਪਾਉਣਾ ਵਾ ਤਾਂ ਸਾਡੇ ਕੋਲ ਫੰਕਸ਼ਨ ਜਿਹੜਾ ਅਵੇਲੇਬਲ ਆ ਐਡ ਇਵੈਂਟ ਲਿਸਨਰ ਆ। 2 ਪੈਰਾਮੀਟਰ ਹੈਗਾ। ਪਹਿਲੇ ਤੁਸੀਂ ਇਵੈਂਟ ਦਾ ਨੇਮ ਲਿਖਦੇ ਹੋ, ਤੁਸੀਂ ਉਹਦੇ ਰਿਸਪੌਂਸ ਤੇ ਤੁਸੀਂ ਫੰਕਸ਼ਨ ਲਿਖਦੇ ਹੋ। ਫੰਕਸ਼ਨ 2 ਤਰੀਕੇ ਨਾਲ ਬਣਾ ਸਕਦਾ ਸੀਗਾ ਮੈਂ, ਜਾਂ ਤੁਸੀਂ ਇੱਥੇ ਫੰਕਸ਼ਨ ਨੇਮ ਡਿਕਲੇਅਰ ਕਰਕੇ ਅਲੱਗ ਤੋਂ ਕਰ ਸਕਦਾ ਸੀਗਾ। ਮੰਨ ਲਓ ਤੁਸੀਂ ਉਹ ਚੀਜ਼ ਨਹੀਂ ਕਰਨੀ ਤਾਂ ਇਹਦੇ ਵਿੱਚ ਵੀ ਤੁਸੀਂ ਫੰਕਸ਼ਨ ਡਿਕਲੇਅਰ ਕਰ ਸਕਦੇ ਹੋ, ਸਿੰਪਲ ਅਨੋਨਿਮਸ ਫੰਕਸ਼ਨ। ਤੇ ਹੋਰ ਇਹਦੇ ਵਿੱਚ ਤੁਹਾਡਾ ਕੀ ਕਾਫੀ ਕੁਛ ਹੀ ਹੈਗਾ ਜਾਵਾਸਕ੍ਰਿਪਟ ਦੇ। ਜੇ टॉपिक देखने तो मैं कितना देखना हूँ डबल क्लिक दिस यहाँ पे नहीं काम। दिस का काम कब आता है जब हम क्लास के कंसेप्ट के साथ काम करते हैं। क्लास और HTML ऐसी वेरिएबल होनी चाहिए। ये था मान लो कि यहाँ पे आपने एक वेरिएबल था where age 24। ठीक है। अब आपने इस वेरिएबल को यहाँ पे यूज करना था तो आपको लगाना पड़ेगा दिस डॉट एज इस तरीके से। यानी कि पहले जो अब हम पहले
इसमें क्या करते थे कि पहले हम डॉलर डाल देते थे, वो हो गया। उसके बाद जो इसके जगह एरो डाल देते थे, वो हो गया। अब इसके बाद आपके पास सीधा आ गया डॉलर। ठीक है जी। उसके बाद अपने पास और क्या है, टॉपिक देख लें। एंड वेरिएबल तो हर किसी कमेंट से नो रोल असाइनमेंट नहीं इवेंट नंबर एरे रिलेशन डेट कंपैरिजन रो वाइज कोड होस्टिंग स्क्रिप्ट मेथड दिस कीवर्ड। एक्चुअली इसको देखने का नहीं फायदा, मैं आपको जो करवाना चाहता हूँ जावास्क्रिप्ट का। यहाँ पर टॉपिक नहीं है, टॉपिक यूडेमी नहीं, कहाँ पे यूडेमी से नहीं। जी इंट्रोडक्शन जावास्क्रिप्ट में भी यहाँ पे मुझे मिल जाए, बिकॉज इकमास्क्रिप्ट 2000 नहीं टॉपिक नहीं है। शनि नींद आ रही है एक्चुअली। टॉपिक ज़्यादा नहीं रहते, हमने इकमास्क्रिप्ट के थोड़ी थे। एंड एरो फंक्शंस राइट पता नहीं screenbar.com लेयर वेक्टर कोई से छोड़ो, मैं आपको करवा रहा हूँ। बेसिकली आपका क्या काम है कि आपने इसके इम्पोर्ट एक्सपोर्ट की प्रैक्टिस करनी है। आपको मैं टास्क देता हूँ क्या करना है। लच्छे जाम भी बनाता था, फेमस है हाँ घंटा का आदमी बंदा किहड़ी साइड करते नहीं होंगे। सर इसकी प्रैक्टिस आमने बोला